ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਅੱਜ ਗੱਲ ਕਰਨ ਜਾ ਰਹੇ ਹਾਂ ਇੱਕ ਵਿਵਾਦਿਤ ਬਿੱਲ ਦੀ, ਜਿਸ ਨੂੰ ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਹੈ। ਬਿੱਲ ਹੈ ਬਿਜਲੀ ਸੋਧ ਬਿੱਲ 2022। ਇਸ ਬਿੱਲ ਖਿਲਾਫ ਰਾਜ ਸਰਕਾਰ, ਕਿਸਾਨ, ਆਮ ਲੋਕ, ਇੱਥੋਂ ਤੱਕ ਕਿ ਬਿਜਲੀ ਕਰਮਚਾਰੀ ਵੀ ਇਸ ਦੇ ਵਿਰੋਧ ਵਿੱਚ ਖੜੇ ਹੋਏ ਹਨ। ਸੋ ਇਸ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਸਰ, ਕੀ ਹੈ ਇਹ ਵਿਵਾਦਿਤ ਬਿੱਲ? ਕੀ ਨੇ ਇਸ ਦੇ ਫਾਇਦੇ ਤੇ ਨੁਕਸਾਨ? ਦੇਖੋ, ਵਿਵਾਦ ਤੇ ਤੁਸੀਂ ਜੋੜ ਦਿੱਤਾ। ਕੇਂਦਰ ਸਰਕਾਰ ਤੇ ਕਹਿੰਦੀ ਆ ਕਿ ਬਹੁਤ ਚੰਗਾ ਬਿੱਲ ਹੈ, ਪਰ ਇਹ ਗੱਲ ਪੱਕੀ ਹੈ ਕਿ ਭਾਰਤ ਵਰਗੇ ਦੇਸ਼ ਦੇ ਵਿੱਚ ਹਰ ਚੀਜ਼ ਦੇ ਨਾਲ ਹੋਰ ਕੁਝ ਜੁੜੇ ਨਾ ਜੁੜੇ ਵਿਵਾਦ ਜ਼ਰੂਰ ਜੁੜ ਜਾਂਦਾ ਹੈ। ਬਿਜਲੀ ਸੋਧ ਬਿੱਲ 2022 ਇਹਨੂੰ ਤੁਸੀਂ ਅੱਜ ਨਾਮ ਦੇ ਰਹੇ ਆ ਕਿਉਂਕਿ ਇਹ ਅੱਜ 8 ਅਗਸਤ ਨੂੰ ਪੇਸ਼ ਹੋਇਆ। ਕਹਿੰਦੇ ਆ ਕਿ ਬਹੁਤ ਕਾਹਲੀ ਨਾਲ ਪੇਸ਼ ਕੀਤਾ ਗਿਆ। ਆਰ.ਕੇ. ਸਿੰਘ ਬਿਜਲੀ ਮੰਤਰੀ ਜਿਹੜੇ ਨੇ ਉਹਨਾਂ ਵੱਲੋਂ। ਇਸ ਤੋਂ ਪਹਿਲਾਂ 3 ਤਰੀਕ ਨੂੰ ਹੀ ਉਹਨਾਂ ਨੇ ਖਰੜਾ ਮੁਕੰਮਲ ਕੀਤਾ ਅਤੇ ਤੁਸੀਂ ਹੀ ਦੱਸ ਰਹੇ ਸੀ ਬਾਹਰ ਜਦੋਂ ਅਸੀਂ ਗੱਲ ਕਰ ਰਹੇ ਸੀ ਇਸ ਬਿੱਲ ਦੇ ਬਾਰੇ 'ਚ ਕਿ ਹਾਲੇ ਤੱਕ ਵੀ ਇਹ ਬਿਜਲੀ ਜਿਹੜਾ ਮਹਿਕਮਾ ਹੈ ਭਾਰਤ ਸਰਕਾਰ ਦਾ, ਊਰਜਾ ਮੰਤਰਾਲਾ, ਉਹਦੀ ਵੈੱਬਸਾਈਟ 'ਤੇ ਵੀ ਇਹ ਬਿੱਲ ਜਿਹੜਾ ਆ ਉਹ ਨਹੀਂ ਚੜ੍ਹਾਇਆ ਗਿਆ ਤਾਂ ਜੋ ਹਾਲੇ ਤੱਕ ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਲੱਗ ਸਕੇ। ਖਾਸ ਤੌਰ 'ਤੇ ਅਸੀਂ ਜਦੋਂ ਡਿਸਕਸ਼ਨ ਲਈ ਕਰਦੇ ਹਾਂ ਤਾਂ ਸਾਡੇ ਕੋਲ ਅਸੀਂ ਇਹ ਬਿੱਲ ਪੜ੍ਹਨ ਲਈ ਨਹੀਂ ਹੈ, ਪਰ ਕਿਉਂਕਿ ਲੋਕ ਸਭਾ 'ਚ ਪੇਸ਼ ਕਰ ਦਿੱਤਾ ਗਿਆ ਅਤੇ ਮਾਹਰ ਜਿਹੜੇ ਸਾਡੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਕੋਲ, ਕਿਉਂਕਿ ਜਿਹੜਾ ਵੀ ਬਿੱਲ ਪੇਸ਼ ਹੋਣਾ ਹੁੰਦਾ ਹੈ ਉਹ ਇੱਕ ਦਿਨ ਪਹਿਲਾਂ ਉਹਨਾਂ ਕੋਲ ਪਹੁੰਚ ਜਾਂਦਾ ਹੈ ਤਾਂ ਜੋ ਉਹਦੇ 'ਤੇ ਜਿਹੜੀ ਬਹਿਸ ਆ ਉਹ ਹੋ ਸਕੇ। ਅਤੇ ਜਦੋਂ ਮੈਂਬਰ ਪਾਰਲੀਮੈਂਟਸ ਜਿਹੜੇ ਆ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਆਉਣ ਅਤੇ ਉਹਨਾਂ ਨੂੰ ਪਤਾ ਹੋਵੇ ਕਿ ਅੱਜ ਕਿਹੜੀ ਕਿਹੜੀ ਕਾਰਵਾਈ ਹੋਣੀ ਹੈ। ਭੂਤਕਾਲ ਦੇ ਵਿੱਚ, ਵਰਤਮਾਨ ਤੋਂ ਪਹਿਲਾਂ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ 'ਚ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਸਾਡੇ ਕੋਲ ਨੇ ਜਿਨ੍ਹਾਂ ਦੇ ਢੇਰ ਲੱਗ ਸਕਦੇ ਨੇ ਕਿ ਜਿੰਨੇ ਵੀ ਬਿੱਲ ਉੱਥੇ ਪੇਸ਼ ਹੁੰਦੇ ਨੇ ਸ਼ਾਇਦ ਹੀ ਕੁਝ ਗਿਣਤੀ ਦੇ ਮੈਂਬਰ ਪਾਰਲੀਮੈਂਟ ਸਾਹਿਬਾਨ ਹੋਣ ਜਿਹੜੇ ਉਹਨਾਂ ਨੂੰ ਪੜ੍ਹ ਕੇ ਆਉਂਦੇ ਨੇ। ਸਾਰੇ ਉੱਥੇ ਠੀਕ ਠਾਕ ਬੰਦੇ ਨੇ ਸਾਡੇ ਵਰਗੇ ਹੀ। ਕੁਝ ਹੋਣਗੇ ਬਹੁਤ ਚੰਗੇ ਵੀ ਜਿਨ੍ਹਾਂ ਨੂੰ ਫਿਰ ਚੰਗੇ ਅਵਾਰਡ ਮਿਲਦੇ ਨੇ, ਬੈਸਟ ਪਾਰਲੀਮੈਂਟੇਰੀਅਨ ਵਰਗੇ ਅਵਾਰਡ, ਜਾਂ ਜਿਨ੍ਹਾਂ ਦਾ ਨਾਮਣਾ ਇਸ ਗੱਲ ਦੇ ਵਿੱਚ ਉਹਨਾਂ ਨੇ ਖੱਟਿਆ ਹੁੰਦਾ ਕਿ ਉਹ ਲੋਕ ਸਭਾ ਨੂੰ ਲੋਕਾਂ ਦੀ ਸਭਾ ਸਮਝ ਕੇ ਉੱਥੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਨੇ। ਆਮ ਤੌਰ 'ਤੇ ਜਿਹੜਾ ਰੌਲਾ ਰੱਪਾ ਹੀ ਉੱਥੇ ਪੈਂਦਾ ਉਹਨੂੰ ਅਸੀਂ ਬੜੇ ਚੰਗੇ ਚੰਗੇ ਸ਼ਬਦਾਂ ਨਾਲ ਵੀ ਕਈ ਵਾਰ ਨਵਾਜਦੇ ਹਾਂ ਅਤੇ ਮੱਛੀ ਮਾਰਕੀਟ ਵੀ ਕਹਿ ਦਿੰਦੇ ਹਾਂ। ਗੱਲ ਤੁਸੀਂ ਕੀਤੀ ਬਿਜਲੀ ਸੋਧ ਬਿੱਲ 2022 ਦੀ। ਇਹਦੇ ਅਧੀਨ ਜਿਵੇਂ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਸਰਕਾਰ ਚਲਾਉਣ ਤੱਕ ਮਹਿਦੂਦ ਰਹਿਣਾ ਚਾਹੁੰਦੀਆਂ ਕਿ ਅਸੀਂ ਵੋਟਾਂ ਪਾ ਲਈਏ, ਸਰਕਾਰ ਬਣਾ ਲਈਏ ਅਤੇ ਕੰਮ ਜਿਹੜੇ ਆ ਉਹ ਸਾਰੇ ਹੀ ਪ੍ਰਾਈਵੇਟਾਈਜ਼ ਕਰ ਦਈਏ। ਚਾਹੇ ਉਹ ਏਅਰ ਇੰਡੀਆ ਦੀ ਗੱਲ ਹੋਵੇ, ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ, ਚਾਹੇ ਉਹ ਬੈਂਕਿੰਗ ਸੈਕਟਰ ਦੀ ਗੱਲ ਹੋਵੇ, ਚਾਹੇ ਉਹ ਇੰਸ਼ੋਰੈਂਸ ਸੈਕਟਰ ਦੀ ਗੱਲ ਹੋਵੇ, ਚਾਹੇ ਉਸ ਤੋਂ ਪਹਿਲਾਂ ਜਿਹੜਾ ਤੁਹਾਡਾ ਟੈਲੀਕਾਮ ਸੈਕਟਰ ਆ ਜਿਹਨੂੰ ਅਸੀਂ ਦੂਰ ਸੰਚਾਰ ਵੀ ਕਹਿੰਦੇ ਹਾਂ ਉਹਦੀ ਗੱਲ ਹੋਵੇ। ਜਦੋਂ ਸੰਵਿਧਾਨ ਦੀ ਅਸੀਂ ਗੱਲ ਕਰਦੇ ਸੀ ਅਤੇ ਸੁਰੱਖਿਆ ਤੋਂ ਬਾਅਦ, ਰੇਲਵੇ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਦਾਰੋਮਦਾਰ ਸਮਝਿਆ ਜਾਂਦਾ ਸੀ ਉਹ ਦੂਰ ਸੰਚਾਰ ਦਾ ਸਮਝਿਆ ਜਾਂਦਾ ਸੀ ਕਿ ਸਰਕਾਰ ਕੋਲ ਇੱਕ ਤੰਤਰ ਹੋਣਾ ਚਾਹੀਦਾ ਜਿਹਦੇ ਨਾਲ ਸਰਕਾਰ ਸੰਵਾਦ ਰਚਾ ਸਕੇ, ਕਮਿਊਨੀਕੇਸ਼ਨ ਸਾਰੇ ਮੁਲਕ ਦੇ ਵਿੱਚ ਕਰ ਸਕੇ। ਸਰਕਾਰ ਦਾ ਇੱਕ ਦੂਰਦਰਸ਼ਨ ਜਿਹੜਾ ਹੈ ਉਹ ਬਹੁਤ ਵੱਡੀ ਸ਼ੈ ਹੋਇਆ ਕਰਦੀ ਸੀ। ਇਹਨੂੰ ਪ੍ਰਾਈਵੇਟਾਈਜ਼ ਕਰਨ ਬਾਰੇ ਕਦੇ ਸੋਚਿਆ ਨਹੀਂ ਸੀ ਜਾ ਸਕਦਾ, ਪਰ ਅੱਜ ਅਸੀਂ ਜਾਣਦੇ ਹਾਂ ਕਿ ਉਹਦੇ ਮੁਕਾਬਲੇ ਦੇ ਵਿੱਚ ਵੀ ਜਿਹੜਾ ਪੂਰੇ ਦਾ ਪੂਰਾ ਇੱਕ ਤੰਤਰ ਖੜਾ ਹੈ ਅਤੇ ਸਰਕਾਰ ਨੂੰ ਹੁਣ ਉਹਦੇ ਤੋਂ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਸੇ ਤਰੀਕੇ ਦੇ ਨਾਲ ਦੂਰ ਸੰਚਾਰ ਕੰਪਨੀਆਂ ਜਿਹੜੀਆਂ ਟੈਲੀਫੋਨਿਕ ਜਾਇੰਟਸ ਨੇ, ਜਿਹੜੇ ਟੈਲੀਫੋਨ, ਮੋਬਾਈਲ ਅਤੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੇ, ਉਹ ਹੁਣ ਤਾਂ ਲਗਭਗ ਸਾਰੇ ਹੀ ਜਿਹੜੇ ਨੇ ਉਹ ਵੱਡੇ ਤੌਰ 'ਤੇ ਪ੍ਰਾਈਵੇਟ ਹੋ ਚੁੱਕੇ ਨੇ। ਅਤੇ BSNL ਵਰਗੇ ਅਦਾਰੇ ਜਿਨ੍ਹਾਂ ਦਾ ਸਾਰੇ ਦੇਸ਼ ਦੇ ਵਿੱਚ ਇੱਕ ਬਾਮਿਸਾਲ ਨੈਟਵਰਕ ਸੀ, ਉਹ ਅੱਜ ਭੀੜ ਦੇ ਵਿੱਚ ਗੁਆਚੇ ਹੋਏ ਨਜ਼ਰ ਆਉਂਦੇ ਨੇ, ਕਿਤੇ ਵੀ ਖੜੇ ਨਜ਼ਰ ਨਹੀਂ ਆਉਂਦੇ। ਇਸੇ ਤਰੀਕੇ ਦੇ ਨਾਲ ਬਿਜਲੀ ਜਿਹੜੀ ਆ ਉਹ ਤੁਸੀਂ ਜਾਣਦੇ ਆ ਕਿ ਊਰਜਾ ਜਿਹੜੀ ਆ ਸਾਰੇ ਕਿਤੇ ਚਾਹੀਦੀ ਹੈ। ਪਾਣੀ ਤੋਂ ਬਾਅਦ ਜੇਕਰ ਕੋਈ ਬਹੁਤ ਜ਼ਰੂਰੀ ਚੀਜ਼ ਹੈ, ਭੋਜਨ, ਪਾਣੀ ਅਤੇ ਖਾਣੇ ਤੋਂ ਬਾਅਦ, ਅਤੇ ਉਹ ਬਿਜਲੀ ਹੈ। ਸਭ ਨੂੰ ਇਸ ਚੀਜ਼ ਦੀ ਰੋਜ਼ ਲੋੜ ਹੈ। ਸਾਡੀ ਗੱਲ ਲੋਕਾਂ ਤੱਕ ਪਹੁੰਚ ਰਹੀ ਹੈ ਤਦ ਵੀ ਬਿਜਲੀ ਹੈ, ਮੋਬਾਈਲ ਫੋਨ ਰੀਚਾਰਜ ਹੋ ਰਿਹਾ ਤਦ ਵੀ ਬਿਜਲੀ ਹੈ, ਅਤੇ ਹੁਣ ਤਾਂ ਬਿਜਲੀ ਦੀਆਂ ਕਾਰਾਂ ਨੂੰ ਵੀ ਭਵਿੱਖ ਕਿਹਾ ਜਾ ਰਿਹਾ, ਅਤੇ ਇਸ ਕਰਕੇ ਬਿਜਲੀ ਜਿਹੜੀ ਆ ਬਹੁਤ ਜ਼ਰੂਰੀ ਹੈ। ਸਰ, ਜੇ ਆਪਾਂ ਹੁਣ ਤੱਕ ਕੇਂਦਰ ਸਰਕਾਰ ਦੀ ਗਤੀਵਿਧੀਆਂ 'ਤੇ ਨਜ਼ਰ ਰੱਖਦੇ ਹਾਂ ਤਾਂ ਆਪਾਂ ਵੇਖਦੇ ਹਾਂ ਕਿ ਜਦ ਵੀ ਕੇਂਦਰ ਸਰਕਾਰ ਕੋਈ ਵੀ ਬਿੱਲ ਲੋਕ ਸਭਾ ਵਿੱਚ ਲੈ ਕੇ ਆਈ ਹੈ, ਭਾਵੇਂ ਉਹ GST ਦਾ ਹੋਵੇ, ਭਾਵੇਂ ਨੋਟਬੰਦੀ ਦਾ ਹੋਵੇ, ਭਾਵੇਂ ਅਗਨੀਪਥ ਦਾ ਹੋਵੇ, ਅਤੇ ਹੁਣ ਜੋ ਇਹ ਬਿਜਲੀ ਸੋਧ ਬਿੱਲ 2022 ਹੈ, ਆਮ ਲੋਕਾਂ ਤੱਕ ਇਹ ਬਿੱਲ ਸਹੀ ਤਰੀਕੇ ਨਾਲ ਨਹੀਂ ਪਹੁੰਚਾਏ ਗਏ। ਆਮ ਲੋਕ ਹਮੇਸ਼ਾ ਇਹਨਾਂ ਦੇ ਵਿਰੋਧ ਵਿੱਚ ਖੜੇ ਹੋਏ ਹਨ। ਕੇਂਦਰ ਸਰਕਾਰ ਦਾ ਹਰ ਵਾਰੀ ਕਹਿਣਾ ਹੁੰਦਾ ਹੈ ਕਿ ਇਹ ਬਿੱਲ ਆਮ ਲੋਕਾਂ ਦੇ ਹਿੱਤ ਵਿੱਚ ਹਨ, ਪਰ ਫਿਰ ਵੀ ਆਮ ਲੋਕ ਇਸ ਨੂੰ ਆਪਣੇ ਹਿੱਤ ਲਈ ਨਹੀਂ ਸਮਝਦੇ। ਇਸ ਤਰ੍ਹਾਂ ਕਿਉਂ ਸਾਡੇ ਦੇਸ਼ 'ਚ ਵਿਵਾਦ ਹੋ ਰਹੇ ਨੇ? ਇਹ ਜਿਹੜੀ ਤੁਹਾਡਾ ਸਵਾਲ ਆ ਨਾ, ਇਹ ਬਹੁਤ ਗੁੰਝਲਦਾਰ ਆ। ਇਹਦੀ ਪ੍ਰਕਿਰਿਆ ਨੂੰ ਜੇ ਤੁਸੀਂ ਸਮਝੋ ਤੇ ਸਰਕਾਰਾਂ ਜੋ ਕਹਿ ਰਹੀਆਂ ਨੇ ਉਹਨੂੰ ਤੁਸੀਂ ਉਹਦਾ ਇੱਕ ਪਾਸਾ ਦੇਖਦੇ ਆ ਤੇ ਉਹ ਗੱਲ ਠੀਕ ਸਮਝ ਆਉਂਦੀ ਹੈ।
ਤੇ ਜਦੋਂ ਅਸੀਂ ਦੂਸਰਾ ਪਾਸਾ ਦੇਖਦੇ ਹਾਂ ਤੇ ਉਹ ਜਿਹੜੀ ਗੱਲ ਆ ਫਿਰ ਉਹਦੇ ਚੋਂ ਕਈ ਸਾਰੀਆਂ ਊਣਤਾਈਆਂ ਵੀ ਸਾਹਮਣੇ ਆਉਂਦੀਆਂ। ਸਰਕਾਰਾਂ ਲਈ ਆਪਣੇ ਆਪ ਦੇ ਵਿੱਚ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਆ। ਕਈ ਲੱਖ ਕਰੋੜ ਦੇ ਕਰਜ਼ੇ ਦੀ ਗੱਲ ਸਮਝ ਆਉਂਦੀ ਆ ਜਦੋਂ ਅਸੀਂ ਸੀਨੀਅਰ ਪੱਤਰਕਾਰਾਂ ਨੂੰ ਸੁਣਦੇ ਪੜ੍ਹਦੇ ਹਾਂ, ਕਿਉਂਕਿ ਸਾਡੇ ਕੋਲ ਤੇ ਸਰਕਾਰੀ ਅੰਕੜੇ RTI ਦੀ ਮਦਦ ਨਾਲ ਆ ਸਕਦੇ ਨੇ ਜਾਂ ਫਿਰ ਬਹੁਤ ਜ਼ਿਆਦਾ ਅਧਿਐਨ ਕਰੀਏ, ਲੱਭਦੇ ਰਹੀਏ ਤੇ ਲੱਭਦੀਆਂ ਨੇ। ਪਰ ਕਿਹਾ ਜਾਂਦਾ ਹੈ ਕਿ 40 ਤੋਂ 50 ਲੱਖ ਕਰੋੜ ਦਾ ਜਿਹੜਾ ਕਰਜ਼ਦਾਰ ਹੈ ਭਾਰਤ ਬਾਹਰਲੀਆਂ ਕਰਜ਼ਿਆਂ ਤੋਂ। ਤੇ ਜਿਹੜੀਆਂ ਪ੍ਰਾਈਵੇਟ ਤੌਰ ਤੇ ਲੋਕਾਂ ਨੇ ਵੱਡੀਆਂ ਪ੍ਰੋਜੈਕਟਾਂ ਲਈ ਲਏ ਹੋਏ ਨੇ ਉਹ ਵੱਖਰੇ ਨੇ, ਬੋਰਡਸ ਦੇ ਤੇ ਕਾਰਪੋਰੇਸ਼ਨਸ ਦੇ ਜਿਹੜੇ ਨੇ ਉਹ ਵੱਖਰੇ ਨੇ। ਸਰਕਾਰ ਹੀ ਜਿਹੜੀ ਆ ਉਹ ਵੱਡੇ ਤੌਰ ਤੇ ਕਰਜ਼ਦਾਰ ਹੈ। ਜਦੋਂ ਸਰਕਾਰ ਦੀ ਇਨਕਮ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਤੇ ਕਰਜ਼ੇ ਦੇ ਵਿੱਚ ਫਿਰ ਵੱਡੀਆਂ ਸਮੱਸਿਆਵਾਂ ਨੇ। ਪਰ ਸਰਕਾਰਾਂ ਦਾ ਧਿਆਨ ਆਮ ਤੌਰ ਤੇ ਸਿਰਫ ਔਰ ਸਿਰਫ ਸਰਕਾਰ ਬਣਾਉਣ, ਸਰਕਾਰ ਬਣਨੀਆਂ ਵੋਟਾਂ ਲਈ ਤੇ ਵੋਟਾਂ ਮਿਲਣੀਆਂ ਨੇ ਲੋਕਾਂ ਤੋਂ ਤੇ ਲੋਕਾਂ ਨੂੰ ਖੁਸ਼ ਰੱਖਣ ਲਈ ਨੇ। ਇਸ ਕਰਕੇ ਉਹ ਅਜਿਹੀਆਂ ਯੋਜਨਾਵਾਂ ਬਣਾਉਂਦੇ ਨੇ, ਉਲੀਕਦੇ ਨੇ ਜਿਹਦੇ ਵਿੱਚ ਕਰਜ਼ਾ ਭਾਵੇਂ ਵੱਧ ਜਾਏ ਪਰ ਵੋਟਾਂ ਜਿਹੜੀਆਂ ਆ ਉਹ ਨਹੀਂ ਟੁੱਟਣੀਆਂ ਚਾਹੀਦੀਆਂ। ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਆ ਕਿ ਵਿਵਾਦ ਕਿਉਂ ਹੁੰਦੇ ਨੇ ਜਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਗੱਲ ਨਹੀਂ ਪਹੁੰਚਦੀ, ਇਸ ਗੱਲ ਦੇ ਵਿੱਚ ਵੀ ਕਾਫੀ ਹੱਦ ਤੱਕ ਸੱਚਾਈ ਹੈ। ਪਰ ਫਿਰ ਗੱਲ ਉਹੀ ਹੈ ਕਿ ਲੋਕਾਂ ਨੂੰ ਤੁਸੀਂ ਆਦਤ ਵੀ ਪਾ ਦਿੱਤੀ ਸਬਸਿਡਾਈਜ਼ਡ ਸੈਕਟਰ ਦੀ ਜਾਂ ਮੁਫਤ ਦੀਆਂ ਚੀਜ਼ਾਂ ਦੀ। ਲੋਕ ਦੋਸ਼ੀ ਹਨ ਪਰ ਉਹ ਸਬਸਿਡਾਈਜ਼ ਸੈਕਟਰ ਦੇ ਜਾਂ ਫਿਰ ਇਸ ਫ੍ਰੀ ਵੀਜ਼ ਦੇ ਆਦੀ ਕਿਉਂ ਹੋਏ? ਕਿਉਂਕਿ ਤੁਸੀਂ ਉਹਨਾਂ ਨੂੰ ਇਹ ਫ੍ਰੀ ਦੀਆਂ ਚੀਜ਼ਾਂ ਹੀ ਦਿੱਤੀਆਂ, ਐਜੂਕੇਸ਼ਨ ਨਹੀਂ ਦਿੱਤੀ, ਹੈਲਥ ਸੈਕਟਰ ਦੇ ਵਿੱਚ ਚੰਗੇ ਸਾਧਨ, ਚੰਗੇ ਹਸਪੀਟਲ, ਚੰਗੀਆਂ ਇਲਾਜ ਦੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਤੇ ਨਾ ਹੀ ਤੁਸੀਂ ਰੁਜ਼ਗਾਰ ਦਿੱਤਾ। ਇਸੇ ਲੋਕ ਸਭਾ ਸੈਸ਼ਨ ਦੇ ਦੌਰਾਨ ਜਿੱਥੇ ਇਹ ਬਿੱਲ ਪਾਸ ਹੋਇਆ, ਇੱਥੇ ਹੀ ਇਹਨਾਂ ਨੇ ਦੱਸਿਆ ਹੈ ਕਿ ਸਾਡੇ ਕੋਲ ਪਿਛਲੇ 5 ਜਾਂ ਪਿਛਲੇ 4 ਸਾਲਾਂ ਦੇ ਵਿੱਚ 22 ਕਰੋੜ ਤੋਂ ਵੱਧ ਲੋਕਾਂ ਨੇ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਤੇ ਨੌਕਰੀਆਂ ਅਸੀਂ ਦਿੱਤੀਆਂ 7 ਲੱਖ। ਤੁਸੀਂ ਸੋਚੋ ਜਿਸ ਮੁਲਕ ਦੇ ਵਿੱਚ 22 ਕਰੋੜ ਤੋਂ ਵੱਧ ਲੋਕ ਨੌਕਰੀ ਦੀ ਤਲਾਸ਼ 'ਚ ਨੇ ਤੇ ਤੁਸੀਂ 7 ਲੱਖ ਲੋਕਾਂ ਨੂੰ ਨੌਕਰੀ ਦੇ ਰਹੇ ਹੋ। 1 ਕਰੋੜ ਦੇ ਵਿੱਚੋਂ ਵੀ 7 ਲੱਖ ਦਿਓ ਤੇ 7% ਬਣਦਾ। 22 ਕਰੋੜ ਦਾ 7 ਲੱਖ ਕੀ ਪਰਸੈਂਟੇਜ ਬਣਦਾ? ਉਹ ਤਾਂ 1% ਵੀ ਨਹੀਂ ਬਣਦਾ। ਸੋ ਹਾਲਾਤ ਜਿਹੜੇ ਨੇ ਉਹ ਇੰਨੇ ਦੁਰਗਮ ਹੋ ਚੁੱਕੇ ਨੇ। ਤੁਸੀਂ ਆਪ ਸੋਚੋ 80ਵਿਆਂ ਤੋਂ ਬਾਅਦ ਜਾਂ 90ਵਿਆਂ ਤੋਂ ਪਹਿਲਾਂ ਹੋਈ ਹੋਊਗੀ, 90 ਤੋਂ ਬਾਅਦ ਤੇ ਕਦੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿ ਭਾਰਤ ਇੱਕ ਵੱਡਾ ਦੇਸ਼ ਬਣਦਾ ਜਾ ਰਿਹਾ ਹੈ ਤੇ ਇਹਦੀ ਆਬਾਦੀ ਕਿੰਨੀ ਹੋ ਰਹੀ ਹੈ। ਅਸੀਂ ਕੈਨੇਡਾ ਦੀ ਜਦੋਂ ਗੱਲ ਕਰਦੇ ਹਾਂ ਤੇ 4 ਕਰੋੜ ਆਬਾਦੀ ਨਹੀਂ ਹੈ, 4 ਕਰੋੜ ਤੋਂ ਵੀ ਘੱਟ ਆਬਾਦੀ ਹੈ ਤੇ ਏਰੀਏ ਵਾਈਜ਼ ਉਹ ਸਾਡੇ ਨਾਲੋਂ 3 ਗੁਣਾ ਵੱਡੇ ਨੇ। ਅਮਰੀਕਾ ਦੀ ਆਬਾਦੀ 30-35 ਕਰੋੜ ਦੇ ਕਰੀਬ ਹੈ ਤੇ ਸਾਡੇ ਨਾਲੋਂ 4-5-6 ਗੁਣਾ ਵੱਡਾ ਭੂ ਭਾਗ ਉਹਨਾਂ ਦੇ ਕੋਲ ਹੈ। ਸਾਧਨ ਕਿੰਨੇ ਵੱਧ ਨੇ। ਸਾਡੇ ਕੋਲ 1 ਏਕੜ ਜ਼ਮੀਨ ਦੇ ਉੱਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਵੱਧ ਹੈ, 1 ਏਕੜ ਖੇਤੀ ਦੇ ਉੱਤੇ ਪਲਣ ਵਾਲੇ ਲੋਕਾਂ ਦੀ ਕਿੰਨੀ ਗਿਣਤੀ ਵੱਧ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਰਕਾਰਾਂ ਦੇ ਵੀ ਹੱਥ ਖੜੇ ਨੇ। ਸਰ ਕਿਤੇ ਨਾ ਕਿਤੇ ਸਰਕਾਰਾਂ ਇਹਨਾਂ ਆਂਕੜਿਆਂ ਨੂੰ ਲੁਕਾਉਂਦੀ ਨਜ਼ਰ ਆ ਰਹੀ ਹੈ। ਸਰਕਾਰਾਂ ਦੇ ਅੱਗੇ ਜਦੋਂ ਇਹ ਆਂਕੜੇ ਰੱਖੇ ਜਾਂਦੇ ਨੇ ਤੇ ਉਹ ਕਿਤੇ ਨਾ ਕਿਤੇ ਆਪਣੀ ਪਿੱਠ ਵਿਖਾਉਂਦੀ ਨਜ਼ਰ ਆਈ ਹੈ ਇਹਨਾਂ ਆਂਕੜਿਆਂ ਤੇ। ਬਿਲਕੁਲ ਤੁਸੀਂ ਦਰੁਸਤ ਦੱਸੀ ਹੈ ਗੱਲ। ਪਿੱਠ ਇਸੇ ਕਰਕੇ ਵਿਖਾ ਰਹੇ ਨੇ, ਆਂਕੜੇ ਸਾਡੇ ਕੋਲੋਂ ਇਸੇ ਕਰਕੇ ਲੁਕਾਏ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਆ, ਤੁਸੀਂ ਦੇਖੋ 19 ਦੇ ਵਿੱਚ ਸਰਕਾਰ ਬਣਾਉਂਦੇ ਨੇ ਤੇ 19 ਦੇ ਵਿੱਚ ਸਰਕਾਰ ਬਣਾਉਣ ਤੋਂ 2-3 ਮਹੀਨੇ ਬਾਅਦ ਹੀ ਅਮਿਤ ਸ਼ਾਹ ਕਹਿ ਦਿੰਦੇ ਕਿ ਸਾਡਾ ਨਿਸ਼ਾਨਾ ਹੁਣ 24 ਦੀਆਂ ਚੋਣਾਂ ਜਿੱਤਣਾ ਹੈ। ਜੀ ਬਿਲਕੁਲ। ਇੰਦਰਾ ਗਾਂਧੀ ਗਰੀਬੀ ਹਟਾਓ ਪ੍ਰੋਗਰਾਮ ਬਣਾਉਂਦੇ ਨੇ, ਨਾਰਾ ਦਿੰਦੇ ਨੇ ਕਿ ਗਰੀਬੀ ਹਟਾਉਣੀ ਆ, ਪਰ 10 ਸਾਲ ਬਾਅਦ ਹਾਲਾਤ ਇਹ ਹੋ ਜਾਂਦੇ ਕਿ ਗਰੀਬ ਹੀ ਹਟਾਉਣੇ ਆ, ਗਰੀਬੀ ਨਹੀਂ ਹਟਾਉਣੀ। ਇਸੇ ਤਰੀਕੇ ਦੇ ਨਾਲ ਸਬਕਾ ਸਾਥ ਸਬਕਾ ਵਿਕਾਸ ਵਰਗੀ ਗੱਲ ਕਰਦੀ ਹੈ ਕਾਂਗਰਸ, ਪਰ ਵਿਕਾਸ ਹੁੰਦਾ ਕਿਹਦਾ ਹੈ? ਇਸੇ ਤਰੀਕੇ ਦੇ ਨਾਲ ਅੱਛੇ ਦਿਨ ਆਏਂਗੇ ਵਾਲੀ ਜੇ ਅਸੀਂ ਗੱਲ ਕਰਦੇ ਹਾਂ ਤੇ GST ਨਾਲ ਕਿੰਨੇ ਅੱਛੇ ਦਿਨ ਆਏ, ਨੋਟਬੰਦੀ ਨਾਲ ਕਿੰਨੇ ਅੱਛੇ ਦਿਨ ਆਏ, ਇੰਡੀਅਨ 에ਅਰਲਾਈਨਸ ਨੂੰ ਵੇਚਣ ਨਾਲ ਕਿੰਨੇ ਦਿਨ ਅੱਛੇ ਆਏ, ਰੇਲਵੇ ਦੇ ਵਿੱਚ ਕਿੰਨਾ ਡੀਮੋਨੇਟਾਈਜੇਸ਼ਨ ਕਰ ਦਿੱਤਾ ਗਿਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਕਿ ਸਰਕਾਰਾਂ ਜਿਹੜੀਆਂ ਨੇ ਪਿੱਠ ਦਿਖਾ ਰਹੀਆਂ ਨੇ, ਪਰ ਸਰਕਾਰਾਂ ਕਿਤੇ ਵੀ ਵੋਟਾਂ ਲੈਣ ਤੋਂ ਪਿੱਠ ਨਹੀਂ ਦਿਖਾ ਰਹੀਆਂ। 6000 ਰੁਪਏ ਹਰ ਸਾਲ ਕਿੰਨੇ ਲੱਖ ਕਿਸਾਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਜੇ ਉਹਦਾ ਤੁਸੀਂ ਕਿਤੇ ਡੇਟਾ ਕਲੈਕਟ ਕਰੋ, ਸਰਵੇ ਉਹਦੇ 'ਤੇ ਕਰਾਓ ਕਿ ਕਿੰਨੇ ਕਿਸਾਨਾਂ ਨੂੰ ਉਹਦੇ ਨਾਲ ਕੋਈ ਫਾਇਦਾ ਮਿਲਦਾ। ਮੈਂ ਕਿਸਾਨ ਹਾਂ, ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ 6000 ਦੇ ਨਾਲ 1 ਕਿੱਲੇ ਦੀ ਬਿਜਾਈ ਬੁਆਈ ਵੀ ਨਹੀਂ ਹੋ ਸਕਦੀ ਇੱਕ ਸੀਜ਼ਨ ਦੇ ਲਈ, ਜਦਕਿ ਕਿਸਾਨ ਆਮ ਤੌਰ ਤੇ 2 ਜਾਂ 3 ਫਸਲਾਂ ਸਾਲ ਦੀਆਂ ਬੀਜਦਾ। ਕਿਉਂ ਤੁਸੀਂ ਉਹਦੀ ਫਸਲ ਦਾ ਜਿਹੜਾ ਹੈ ਉਹਨੂੰ ਪੂਰਾ ਮੁੱਲ ਨਹੀਂ ਦੇ ਸਕਦੇ? ਕਿਉਂ ਤੁਸੀਂ ਆਪਣੇ ਮੰਡੀਕਰਨ ਨੂੰ ਨਹੀਂ ਸੁਧਾਰ ਸਕਦੇ? ਕਿਉਂ ਤੁਸੀਂ ਸਾਰੀਆਂ ਗੱਲਾਂ ਲਈ ਲੋਕਾਂ ਨੂੰ ਸਿਰਫ ਫ੍ਰੀ ਦੀਆਂ ਚੀਜ਼ਾਂ ਦੇ ਆਦੀ ਪਾ ਕੇ ਤੇ ਵੋਟਾਂ ਵਾਲੇ ਚੱਕਰ ਦੇ ਵਿੱਚ ਪਾਇਆ ਹੋਇਆ? ਉਹ ਪਿੱਠ ਦਿਖਾ ਰਹੇ ਨੇ ਜ਼ਾਹਿਰਾ ਤੌਰ ਤੇ, ਪਰ ਸਾਰਾ ਜ਼ੋਰ ਜਿਹੜਾ ਲੱਗਿਆ ਹੋਇਆ ਉਹ ਲੋਕਾਂ ਨੂੰ ਵੋਟਾਂ ਲੈਣ ਤੇ ਲੱਗਿਆ ਹੋਇਆ ਜਾਂ ਫਿਰ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਵੰਡ ਕੇ ਇਸ ਪਾਸੇ ਲੈ ਕੇ ਜਾਣ 'ਚ ਲੱਗਿਆ ਹੋਇਆ ਕਿ ਉਹਨਾਂ ਨੂੰ ਅਸਲ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਨਜ਼ਰ ਹੀ ਨਾ ਆਉਣ। ਜੀ ਸੋ ਸਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਇਸ ਮੁੱਦੇ ਤੇ ਚਰਚਾ ਕਰਨ ਲਈ। ਤੁਸੀਂ ਵੇਖਦੇ ਰਹੋ ਪੰਜਾਬੀ ਨੈਸ਼ਨਲ TV। ਬਹੁਤ ਬਹੁਤ ਧੰਨਵਾਦ।